सत श्री अकाल। तुसीं देख रहे हो पंजाब मेल USA TV। मैं वरुण कौर मान। खबरां दे बुलेटिन 'ਚ ਤੁਹਾਡਾ स्वागत। खबरां दे बुलेटिन ਦੇ स्पॉन्सर ਰੀਅਲ एस्टेट ब्रोकर मोहन चीमा। ਰੀਅਲ एस्टेट ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ ਪੇਸ਼ ਨੇ। ਪਹਿਲਾਂ ਚੋਣਵੀਆਂ ਖਬਰਾਂ। खुशखबरी, न्यूजीलैंड ने 2 साल बाद मुड़ खोले अंतरराष्ट्रीय सैलानियों लिए दरवाजे। एयर इंडिया ने अमृतसर, चंडीगढ़ ते दिल्ली तो नंदेड़ साहिब की उड़ान की बंद। स्पाइस जेट की बंबई दुर्गापुर फ्लाइट लैंडिंग दौरान हुई हादसा ग्रस्त, 12 यात्री गंभीर जख्मी। पुतिन कैंसर की सर्जरी लिए तैयार, अस्थाई तौर पर साबका KGB मुखी निकोलोई पेटरुशेव नूं सौंपणगे सत्ता। बाइडन ने साबका राष्ट्रपति डोनाल्ड ट्रंप ते अपना भी उड़ाया मजाक। उदार विश्व व्यवस्था नूं गंभीर खतरियां दा सामना, जो बाइडन। ते हुण इन्हां खबरां दा विस्तार। न्यूजीलैंड ने सोमवार ਨੂੰ 2 ਸਾਲਾਂ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ ਹੈ। BBC ਨੇ ਰਿਪੋਰਟ ਦਿੱਤੀ ਹੈ ਕਿ ਹੁਣ 60 ਤੋਂ ਵੱਧ ਦੇਸ਼ਾਂ ਦੇ ਲੋਕ ਜਿਨ੍ਹਾਂ ਨੇ ਵਾਇਰਸ ਦੇ ਵਿਰੁੱਧ ਟੀਕਾ ਲਗਵਾਇਆ ਹੋਇਆ ਹੈ ਅਤੇ ਉਹ ਕੋਵਿਡ ਨੈਗੇਟਿਵ ਹਨ, ਦੇਸ਼ ਵਿੱਚ ਦਾਖਲ ਹੋ ਸਕਦੇ ਨੇ। ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਨੂੰ ਆਉਣ ਵਾਲੀਆਂ ਪਹਿਲੀਆਂ ਉਡਾਣਾਂ ਵਿੱਚ ਸੈਲਾਨੀਆਂ ਦੇ ਨਾਲ-ਨਾਲ ਵਾਪਸ ਆਉਣ ਵਾਲੇ ਨਾਗਰਿਕ ਵੀ ਸ਼ਾਮਲ ਸਨ। BBC ਨੇ ਬੁਲਾਰੇ ਦੇ ਹਵਾਲੇ ਨਾਲ ਕਿਹਾ, ਇਹ ਬਹੁਤ ਵਧੀਆ ਹੈ ਕਿ ਅੰਤਰਰਾਸ਼ਟਰੀ ਸੈਲਾਨੀ ਸਾਡੇ ਸੁੰਦਰ ਦੇਸ਼ ਦਾ ਦੁਬਾਰਾ ਦੌਰਾ ਕਰਨ ਦੇ ਯੋਗ ਹੋਣਗੇ। ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਮਾਰਚ ਤੋਂ ਦੇਸ਼ ਦੇ ਅੰਦਰ ਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ, ਜਦੋਂ ਕਿ ਆਸਟ੍ਰੇਲੀਆਈ ਲੋਕਾਂ ਨੂੰ ਅਪ੍ਰੈਲ ਤੋਂ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ। BBC ਨੇ ਰਿਪੋਰਟ ਦਿੱਤੀ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਮਾਰਚ 2020 ਵਿੱਚ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰ ਦਿੱਤੀਆਂ ਸੀ, ਇੱਥੋਂ ਤੱਕ ਕਿ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਦਾਖਲ ਹੋਣ ਤੇ ਹਫ਼ਤੇ ਦੇ ਕੁਆਰੰਟਾਈਨ ਨੂੰ ਪੂਰਾ ਕਰਨਾ ਪਿਆ। ਇਸ ਸਾਲ ਦੇ ਸ਼ੁਰੂ ਵਿੱਚ ਸਰਹੱਦ ਨੂੰ ਮੁੜ ਖੋਲ੍ਹਣ ਦੀ ਘੋਸ਼ਣਾ ਕਰਦੇ ਸਮੇਂ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਕਿਹਾ ਕਿ ਦੱਖਣੀ ਪ੍ਰਸ਼ਾਂਤ ਰਾਸ਼ਟਰ ਦੁਨੀਆ ਦਾ ਵਾਪਸ ਸਵਾਗਤ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਅੰਤਰਰਾਸ਼ਟਰੀ ਸੈਲਾਨੀਆਂ ਦੇ ਸੈਰ ਸਪਾਟੇ ਤੇ ਬਹੁਤ ਜ਼ਿਆਦਾ ਨਿਰਭਰ ਹੈ। ਏਅਰ ਇੰਡੀਆ ਦੀ ਨੰਦੇੜ ਸਾਹਿਬ ਲਈ ਇੱਥੋਂ ਸਿੱਧੀ ਉਡਾਣ ਮੁੜ ਤੋਂ ਬੰਦ ਕਰ ਦਿੱਤੀ ਗਈ ਹੈ। ਏਅਰਲਾਈਨ ਕੰਪਨੀ ਨੇ ਟਿਕਟ ਬੁਕਿੰਗ ਬੰਦ ਕਰ ਦਿੱਤੀ ਹੈ ਤੇ ਇਸ ਦੇ ਪਿਛਲੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ। ਇਹੀ ਨਹੀਂ, ਅੰਮ੍ਰਿਤਸਰ ਤੋਂ ਇਲਾਵਾ ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਦਿੱਲੀ ਤੋਂ ਨੰਦੇੜ ਜਾਣ ਵਾਲੀ ਫਲਾਈਟ ਨੂੰ ਰੋਕ ਦਿੱਤਾ। ਟਾਟਾ ਵੱਲੋਂ ਓਵਰਟੇਕ ਕਰਨ ਤੋਂ ਬਾਅਦ ਇਹ तमाम ਰੂਟ ਬੰਦ ਕੀਤੇ ਜਾ ਰਹੇ ਨੇ। ਹਾਲਾਂਕਿ ਅੰਮ੍ਰਿਤਸਰ ਤੋਂ ਨੰਦੇੜ ਉਡਾਣ ਨੂੰ 30 ਸਤੰਬਰ 2021 ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੇ ਰੋਸ ਜ਼ਾਹਿਰ ਕੀਤਾ ਸੀ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਤੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਤੇ ਇਤਰਾਜ਼ ਕੀਤਾ ਸੀ। ਉਹਨਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਕਰੀਬ 3 ਮਹੀਨੇ ਬਾਅਦ 24 ਨਵੰਬਰ 2021 ਨੂੰ ਫਲਾਈਟ ਸ਼ੁਰੂ ਕੀਤੀ ਗਈ ਸੀ, ਪਰ ਹੁਣ ਅਚਾਨਕ ਏਅਰ ਇੰਡੀਆ ਨੇ ਇਹ ਫਲਾਈਟ ਰੋਕ ਦਿੱਤੀ ਹੈ। ਸਤੰਬਰ 2021 ਵਿੱਚ ਬੰਦ ਹੋਣ ਤੋਂ ਪਹਿਲਾਂ ਫਲਾਈਟ ਨੂੰ ਹਫ਼ਤੇ ਵਿੱਚ 3 ਦਿਨਾਂ ਲਈ ਮੁੜ ਨਿਰਧਾਰਿਤ ਕੀਤਾ ਗਿਆ ਸੀ। ਇਹ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ। ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਦੀ ਉਡਾਣ ਹਰ ਬੁੱਧਵਾਰ ਤੇ ਨੰਦੇੜ ਸਾਹਿਬ ਤੋਂ ਅੰਮ੍ਰਿਤਸਰ ਲਈ ਹਰ ਸ਼ਨੀਵਾਰ ਤੈਅ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਐਤਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸਪਾਈਸ ਜੈਟ ਦੇ ਜਹਾਜ਼ ਨੇ ਐਤਵਾਰ ਨੂੰ ਬੰਬਈ ਤੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਲਈ ਉਡਾਣ ਭਰੀ, ਜਿਸ ਨੇ ਦੁਰਗਾਪੁਰ ਦੇ ਅੰਡਾਲ ਦੇ ਕਾਜ਼ੀ ਨਜ਼ਰੁਲ ਇਸਲਾਮ ਹਵਾਈ ਅੱਡੇ ਤੇ ਉਤਰਨਾ ਸੀ। ਅਚਾਨਕ ਖਰਾਬ ਮੌਸਮ ਕਾਰਨ ਜਹਾਜ਼ ਤੂਫਾਨ ਦੀ ਲਪੇਟ ਵਿੱਚ ਆ ਗਿਆ, ਜਿਸ ਵਿੱਚ ਕੈਬਨ ਵਿੱਚ ਪਿਆ ਸਮਾਨ ਯਾਤਰੀਆਂ ਤੇ ਡਿੱਗਣ ਲੱਗਾ, ਜਿਸ ਕਾਰਨ 12 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਸਪਾਈਸ ਜੈਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸ ਜੈਟ ਦੇ ਬੋਇੰਗ B737 ਜਹਾਜ਼ ਨੂੰ ਬੰਬਈ ਤੋਂ ਦੁਰਗਾਪੁਰ ਲਈ ਲੈਂਡਿੰਗ ਕਰਦੇ ਸਮੇਂ ਫਲਾਈਟ ST 945 ਵਿੱਚ ਭਿਆਨਕ ਗੜਬੜ ਹੋ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। ਹਾਲਾਂਕਿ ਫਲਾਈਟ ਦੁਰਗਾਪੁਰ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਈ। ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਪਹੁੰਚਣ ਤੇ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕਈ ਦਿਨਾਂ ਤੋਂ ਯੂਕਰੇਨ ਨਾਲ ਜੰਗ ਦਾ ਕੰਟਰੋਲ ਛੱਡਣ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਉਹ ਕੈਂਸਰ ਦੀ ਸਰਜਰੀ ਦੀ ਤਿਆਰੀ ਕਰ ਰਿਹਾ ਹੈ। ਪੁਤਿਨ ਕਥਿਤ ਤੌਰ ਤੇ ਕੱਟੜਪੰਥੀ FSB ਦੇ ਸਾਬਕਾ ਮੁਖੀ ਨਿਕੋਲੋਈ ਪੈਟਰੂਸ਼ੇਵ ਨੂੰ ਨਾਮਜ਼ਦ ਕਰੇਗਾ, ਜੋ ਹਮਲੇ ਨੂੰ ਅਸਥਾਈ ਤੌਰ ਤੇ ਨਿਯੰਤਰਣ ਕਰਨ ਲਈ ਆਮ ਤੌਰ ਤੇ ਚਾਕੂ ਦੀ ਨੋਕ ਤੇ ਕੰਮ ਕਰੇਗਾ। ਕ੍ਰੈਮਲਿਨ ਦੇ ਇੱਕ ਅੰਦਰੂਨੀ ਨੇ ਦਾਅਵਾ ਕੀਤਾ ਹੈ। ਰੂਸ ਦੀ ਸੁਰੱਖਿਆ ਪਰਿਸ਼ਦ ਦੇ ਮੌਜੂਦਾ ਸਕੱਤਰ 70 ਸਾਲਾ ਪੈਟਰੂਸ਼ੇਵ ਨੂੰ ਅਜੇ ਵੀ ਯੁੱਧ ਰਣਨੀਤੀ ਦੇ ਮੁੱਖ ਆਰਕੀਟੈਕਟ ਵਜੋਂ ਦੇਖਿਆ ਜਾਂਦਾ ਹੈ। ਡੇਲੀ ਮੇਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਟਰੂਸ਼ੇਵ ਉਹ ਵਿਅਕਤੀ ਸੀ ਜਿਸ ਨੇ ਪੁਤਿਨ ਨੂੰ ਯਕੀਨ ਦਿਵਾਇਆ ਸੀ ਕਿ ਕੀਵ ਨਵ ਨਾਜ਼ੀਆਂ ਨਾਲ ਭਰਿਆ ਹੋਇਆ ਹੈ। ਪ੍ਰਸਿੱਧ ਟੈਲੀਗ੍ਰਾਮ ਚੈਨਲ ਜਰਨਲ SVR ਰਿਪੋਰਟ ਕਰਦਾ ਹੈ ਕਿ ਇਸ ਦਾ ਸਰੋਤ ਕ੍ਰੈਮਲਿਨ ਵਿੱਚ ਚੰਗੀ ਤਰ੍ਹਾਂ ਰੱਖਿਆ ਗਿਆ ਵਿਅਕਤੀ ਹੈ। अमेरिका के राष्ट्रपति जो बाइडन ने शनिवार रात एक प्रोग्राम में साबका राष्ट्रपति डोनाल्ड ट्रंप ते अपना मजाक उड़ाया। व्हाइट हाउस पत्रकार एसोसीएशन वालों पत्रकारों लिए आयोजित
डिनर प्रोग्राम विच बाइडन ने कहा, जरा सोचो जेकर मेरी जगह मेरे साबका इस डिनर विच आए हुंदे तां की हुंदा। दरअसल ट्रंप नूं मीडिया नूं लैके कीतीआं गईआं तिखीआं टिप्पणियां लई जाणिया जांदा है, जिस कारण बाइडन ने उन्हां ते व्यंग कसदे होए ये गल कही। इस दौरान बाइडन ने अपना भी मजाक उड़ाया। उन्होंने कहा, मैं अज रात इत्थे आउण लई बहुत उत्साहित सी क्योंकि ये अमरीकियां दा इक्को एक समूह है जो मेरे हिसाब नाल मेरी लोकप्रियता की रेटिंग नूं घट दसदा है। इस सालाना प्रोग्राम की शुरुआत साल 1921 विच होई सी अते 3 साल बाद कैल्विन क्लीज इस विच शामिल होने वाले पहले राष्ट्रपति बने सी। अमेरिका के राष्ट्रपति जो बाइडन ने कहा कि दूजी विश्व जंग तो बाद जिस उदार विश्व व्यवस्था ने आलमी शांति, स्थिरता ते खुशहाली की नींह रखी सी, वो वर्तमान समय गंभीर खतरे च है। वाइट हाउस विच बाइडन ने मीडिया कर्मियों नाल प्रैस ते विचारां ते प्रगटावे की आज़ादी का जश्न मनाया। इस मौके 2500 तो वध मेहमान हाज़र सी जो कि ਵੱਖ-ਵੱਖ खेतरां तो सन। अमेरिकी राष्ट्रपति ने 6 साल बाद वाइट हाउस पत्रकारां दी एसोसीएशन के सालाना रात्रि भोज विच हिस्सा लिया। 2 साल इस समागम कोरोना वायरस दीआं पाबंदियां कारण रद्द भी हुंदा रहा। पिछले राष्ट्रपति डोनाल्ड ट्रंप ने पहले 3 साल समागम विच हिस्सा नहीं लिया। राष्ट्रपति बाइडन ने कहा कि जिन्हां चीज़ां बारे सानूं पहिलां कोई फिकर करन दी लोड़ नहीं सी, उन्हां लई हुण वड्डा खतरा खड़ा हो गया। राष्ट्रपति ने कहा कि अमेरिका 'च भी लोकतंत्र विच जहर दौड़ रहा है, झूठियां सूचनावां दा जाल फैलदा ही जा रहा है, सच नूं झूठ नाल दबिया जा रहा। उन्होंने कहा कि आज़ाद मीडिया का महत्व हुण बहुत वध गया है। अमेरिका प्रतिनिधि सभा की स्पीकर नैंसी पेलोसी ने शनिवार को यूक्रेन के राष्ट्रपति व्लादिमीर जेलेंस्की नाल मुलाकात की। कांग्रेस वफद की अगवाई कर रही पेलोसी ने जेलेंस्की नूं रूस नाल जंग का टाकरा करन ते हल्लाशेरी दी। गलबात मगरों वो पोलैंड लई रवाना हो गई, जिथे वो अज अधिकारियों नाल मुलाकात करनगे। जंग शुरू होने तो बाद अमेरिका के किसी सीनियर आगू का यह पहला यूक्रेन दौरा है। पेलोसी वालों जारी बयान विच कहा गया, साडे वफद ने कीव का दौरा करके पूरी दुनिया को स्पष्ट सुनेहा दिता है कि अमरीका यूक्रेन नाल डट के खड़ा है। राष्ट्रपति व्लादिमीर जेलेंस्की के दफ्तर वालों जारी तस्वीर विच पेलोसी और अमेरिकी वफद के मैंबर कीव विच दिखाई दे रहे हैं। बाद विच पेलोसी के दफ्तर वालों जारी वीडियो विच स्पीकर और जेलेंस्की जंग विच हमायत देण लई एक दूजे नूं धन्नवाद दिंदे दिखाई दे रहे हैं। जेलेंस्की ने कहा, असीं इकट्ठिआं ये जंग जितांगे। पेलोसी ने कहा, असीं जंग जित च होण तक पूरी हमायत देवांगे। वफद विच ग्रैगरी मीक्स आदि शामिल सन। भारतीय मूल के IT माहिर नंद मूल चंदनी नूं अमेरिका च सेंट्रल इंटैलीजेंस एजेंसी का मुख्य टैक्नोलॉजी अधिकारी नियुक्त किया गया है। CIA के डायरैक्टर विलियम जे वर्नस ने यह ऐलान किया। केंद्रीय जांच एजेंसी मुताबक मूल चंदानी नूं सिलिकॉन वैली विच काम करन दा लंबा तजर्बा है। मूल चंदानी दे कार्नेल तो कंप्यूटर विज्ञान और गणित विच डिग्रियां, स्टैनफोर्ड तो प्रबंधन विच विज्ञान की डिग्री और हार्वर्ड तो जनतक प्रशासन विच मास्टर की डिग्री प्राप्त की है। उन्होंने 1979 तो 1987 तक ब्लू बैल स्कूल इंटरनेशनल दिल्ली विच पढ़ाई की। CIA के अनुसार मूलचंदानी नूं सिलिकॉन वैली विच 25 साल तो वध दा लंबा तजर्बा है। CIA के डायरैक्टर विलियम जे वर्नस ने घोषणा की है कि उन्होंने केंद्र खुफिया एजेंसी के मुख्य टैक्नोलॉजी अधिकारी वजों नियुक्त किया गया। अमेरिकी खुफिया एजेंसी CIA वालों जारी प्रेस बयान विच कहा गया है कि मूलचंदानी कोल CIA का काफ़ी तजर्बा है। मूलचंदानी यकीनी बनाउणगे कि CIA अपना संचालन विच आधुनिक तकनीक का लाभ उठा सके। अमेरिका के कंसास के कुछ हिस्सों में तूफान कारण सैकड़े घरों ते इमारतों को नुकसान पुजा है। कई लोग जख्मी हुए हैं, जदों कि 15,000 तो वध लोगों के घरों की बिजली सप्लाई ठप हो चुकी है। अधिकारियों ने शनिवार को यह जानकारी दी है। उन्होंने दस्सिया कि तूफान के विचकार कंसास परत रहे ओकलाहोमा मौसम विज्ञान यूनीवर्सिटी के 3 विद्यार्थी शुक्रवार शाम एक हादसे में मारे गए। ओकलाहोमा हाईवे पेट्रोल की रिपोर्ट मुताबक टेक्सास निवासी निकोल्स नायर, इलिनोइस निवासी गेविन शॉर्ट और इंडियाना निवासी ड्रेक ब्रूकस की शुक्रवार रात करीब 11:30 बजे हादसे में मौत हो गई। एंडोवर के डिप्टी फायर चीफ माइक रूजवेल्ट ने एक बयान में कहा कि तूफान नाल कई घरों को नुकसान पहुंचा है और 30 एजेंसियां के 200 तो वध एमरजेंसी कर्मचारियों के नाल शनिवार नाल खोज और बचाव कार्य जारी रहे। कंसास की गवर्नर लॉरा कैली ने सब तो प्रभावित खेत्रों में एमरजेंसी की घोषणा की। अमेरिका के न्यू मैक्सीको सूबे के जंगलों में लगी भयानक अग 97,000 एकड़ तो वध खेत्रों में फैल गई है। राष्ट्रीय फायर अधिकारियों ने एतवार को दस्सिया कि पूरे खेतर में तेज़ हवावां कारण
ਕੱਲ ਅੱਗ ਤੇਜ਼ੀ ਨਾਲ ਪੂਰਬ ਵੱਲ ਲਾਸ ਵੇਗਾਸ ਅਤੇ ਦੱਖਣੀ ਵਿੱਚ ਗਲਿਨਾਸ ਕੈਨੀਅਨ ਤੱਕ ਫੈਲ ਗਈ। ਹਵਾ ਕਾਰਨ ਅੱਗ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨਿਕਾਸੀ ਅਤੇ ਸੜਕਾਂ ਨੂੰ ਬੰਦ ਕਰਨ ਲਈ ਕਈ ਬਦਲਾਅ ਕੀਤੇ ਗਏ। ਇਹ ਸਥਿਤੀ ਅੱਜ ਵੀ ਜਾਰੀ ਰਹੇਗੀ। ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿੱਚ ਹੁਣ ਤੱਕ 97,064 ਏਕੜ ਰਕਬਾ ਆ ਚੁੱਕਾ ਹੈ, ਜਿਸ ਵਿੱਚੋਂ 32% ਅੱਗ ਤੇ ਕਾਬੂ ਪਾ ਲਿਆ ਗਿਆ। ਪਿਛਲੇ 24 ਘੰਟਿਆਂ 'ਚ ਅੱਗ 30,000 ਏਕੜ ਤੱਕ ਫੈਲ ਗਈ ਹੈ ਤੇ ਹੁਣ ਤੱਕ 1020 ਫਾਇਰ ਫਾਈਟਰਸ ਇਸ ਤੇ ਕਾਬੂ ਪਾਉਣ 'ਚ ਲੱਗੇ ਹੋਏ ਨੇ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਨਿਊ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਨਿਕਾਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਮਈ ਦਿਵਸ ਦੇ ਜਸ਼ਨ ਉਦੋਂ ਮਾਤਮ ਵਿੱਚ ਬਦਲ ਗਏ ਜਦੋਂ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲ ਪਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਕੇਸ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮਈ ਦਿਵਸ ਸੰਬੰਧੀ ਮਿਸੀਸਿਪੀ ਸ਼ਹਿਰ ਵਿੱਚ 27 ਅਪ੍ਰੈਲ ਤੋਂ 1 ਮਈ ਤੱਕ ਫੂਡ ਫੈਸਟੀਵਲ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਉੱਥੇ ਗੋਲੀਆਂ ਚੱਲ ਪਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 5 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਸੀਸਿਪੀ ਵਿੱਚ ਇੱਕ ਤਿਉਹਾਰ ਵਿੱਚ ਹੋਈ ਗੋਲਾਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਿੰਟਸ ਕਾਉਂਟੀ ਸ਼ੈਰਿਫ ਟਾਇਰ ਜੌਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਸ਼ਨੀਚਰਵਾਰ ਰਾਤ ਨੂੰ ਕਈ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਇੱਕ ਵਿਅਕਤੀ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਜੌਨਸ ਨੇ ਕਿਹਾ ਕਿ ਘਟਨਾ ਮਿਸੀਸਿਪੀ ਸਟੇਟ ਫੇਅਰ ਗਰਾਊਂਡ 'ਚ ਹੋਈ, ਜੋ ਮਿਸੀਸਿਪੀ ਮੱਡ ਵਰਗ ਤਿਉਹਾਰ ਦੀ ਮੇਜ਼ਬਾਨੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਇੱਕ ਅਧਿਕਾਰੀ ਦੀ ਜਾਂਚ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਮਿਸੀਸਿਪੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਹਾਇਤਾ ਲਈ ਬੁਲਾਇਆ ਗਿਆ ਹੈ। ਮਈ ਦਿਵਸ ਮੌਕੇ ਯੂਰਪ ਦੇ ਕਈ ਸ਼ਹਿਰਾਂ ਵਿੱਚ ਕਿਰਤੀਆਂ ਅਤੇ ਟ੍ਰੇਡ ਯੂਨੀਅਨ ਵੱਲੋਂ ਮਾਰਚ ਕੱਢ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਗਿਆ। ਫਰਾਂਸ ਵਿੱਚ ਕਿਰਤੀਆਂ ਦੇ ਸਨਮਾਨ ਵਿੱਚ ਛੁੱਟੀ ਰੱਖੀ ਗਈ ਅਤੇ ਰੈਲੀ ਦੌਰਾਨ ਮੁੜ ਤੋਂ ਚੁਣੇ ਗਏ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਖਿਲਾਫ ਭੜਾਸ ਕੱਢੀ ਗਈ। ਇਟਲੀ ਵਿੱਚ ਮਹਾਮਾਰੀ ਦੇ 2 ਸਾਲਾਂ ਬਾਅਦ ਰੋਮ ਵਿੱਚ ਵੱਡੇ ਸੰਗੀਤਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਦਕਿ ਹੋਰ ਸ਼ਹਿਰਾਂ ਵਿੱਚ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਰੈਲੀਆਂ ਦੌਰਾਨ ਰੂਸ ਨੂੰ ਯੂਕਰੇਨ ਵਿੱਚ ਜੰਗ ਖਤਮ ਕਰਨ ਦਾ ਸੱਦਾ ਵੀ ਦਿੱਤਾ ਗਿਆ। ਸਲੋਵਾਕੀਆ ਅਤੇ ਚੈਕ ਰਿਪਬਲਿਕ ਸਮੇਤ ਹੋਰ ਕਈ ਮੁਲਕਾਂ 'ਚ ਵਿਦਿਆਰਥੀਆਂ ਅਤੇ ਹੋਰਾਂ ਨੇ ਯੂਕਰੇਨ ਦੀ ਹਮਾਇਤ ਵਿੱਚ ਰੈਲੀ ਕੀਤੀ। ਉਧਰ ਕਮਿਊਨਿਸਟਾਂ ਅਤੇ ਯੂਰੋਪੀਅਨ ਯੂਨੀਅਨ ਵਿਰੋਧੀ ਧੜਿਆਂ ਨੇ ਵੀ ਆਪਣੇ ਇਕੱਠ ਕੀਤੇ। ਫਰਾਂਸ ਵਿੱਚ ਮਈ ਦਿਵਸ ਮੌਕੇ ਕੀਤੀਆਂ ਗਈਆਂ ਰੈਲੀਆਂ ਦੌਰਾਨ ਮੈਕਰੋਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦਾ ਦੂਜਾ ਕਾਰਜਕਾਲ ਚੁਣੌਤੀਆਂ ਭਰਪੂਰ ਹੋਏਗਾ। ਵਿਰੋਧੀ ਧਿਰ ਉਹਨਾਂ ਦੀ ਸਰਕਾਰ ਦੇ ਬਹੁਮਤ ਨੂੰ ਤੋੜਨ ਦਾ ਯਤਨ ਕਰ ਰਹੀਆਂ ਨੇ। ਉੱਥੇ ਜੂਨ ਵਿੱਚ ਸਥਾਨਕ ਚੋਣਾਂ ਨੇ ਮੈਕਰੋਂ ਖਿਲਾਫ ਚੋਣ ਲੜਨ ਵਾਲੀ ਮੈਰੀਨੇ ਲੀ ਪੇਨ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਜਦਕਿ ਨੈਸ਼ਨਲ ਰੈਲੀ ਪਾਰਟੀ ਦੇ ਅੰਤਰਿਮ ਪ੍ਰਧਾਨ ਜਾਰਡਨ ਬਾਰਡੇਲਾ ਨੇ ਕਿਹਾ ਕਿ ਫਰਾਂਸ ਵਿੱਚ ਅਜੇ VOTING ਖਤਮ ਨਹੀਂ ਹੋਈ ਹੈ ਅਤੇ ਲੋਕ ਮੈਕਰੋਂ ਨੂੰ ਪੂਰੀ ਸੱਤਾ ਨਹੀਂ ਸੌਂਪਣਗੇ। ਕੈਨੇਡਾ ਵਿਖੇ ਪੜ੍ਹਾਈ ਲਈ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਹਰ ਦੂਜੇ ਦਿਨ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਤਰ੍ਹਾਂ ਬਰੈਂਪਟਨ ਦੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਨਵਪ੍ਰੀਤ ਸਿੰਘ ਮਾਣੂਕੂ ਪੁੱਤਰ ਅੰਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ ਲੁਧਿਆਣਾ ਦੀ ਲੰਘੇ ਕੱਲ੍ਹ 30 ਅਪ੍ਰੈਲ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ। ਨੌਜਵਾਨ ਨੂੰ ਇਟੋਬੀਕੋ ਜਨਰਲ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਨੌਜਵਾਨ ਕੈਨੇਡੀਅਨ ਪ੍ਰੋਵਿੰਸ ਨੋਵਾ ਸਕੋਸ਼ੀਆ ਵਿੱਚ ਪੜ੍ਹਨ ਲਈ ਆਇਆ ਸੀ ਅਤੇ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿੰਦਾ ਸੀ। ਇੱਥੇ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੰਜਾਬੀ ਭਾਈਚਾਰਾ ਬਹੁਤ ਚਿੰਤਤ ਹੈ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕੈਨੇਡਾ 'ਚ ਗੋਲਾਬਾਰੀ ਸਣੇ ਹਿੰਸਕ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਇਸ ਤੇ ਚੱਲਦਿਆਂ ਹੀ ਇੱਕ ਹੀ ਦਿਨ ਵਿੱਚ ontario ਦੀਆਂ 2 ਥਾਵਾਂ ਤੇ ਗੋਲਾਬਾਰੀ ਹੋਈ। ਇਟੀਬੀਕੋਕ ਤੇ ਬਰੈਂਪਟਨ ਵਿੱਚ ਵਾਪਰੀ ਇਸ ਵਾਰਦਾਤ ਦੌਰਾਨ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋਏ। ontario ਵਿੱਚ ਗੋਲਾਬਾਰੀ ਦੀ ਪਹਿਲੀ ਘਟਨਾ ਇਟੀਬੀਕੋਕ ਵਿੱਚ ਵਾਪਰੀ, ਜਿੱਥੇ ਸ਼ਨੀਵਾਰ ਬਾਅਦ ਦੁਪਹਿਰ ਹੋਈ ਵਾਰਦਾਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਗੱਲਬਾਤ ਦੌਰਾਨ ਯੂਕਰੇਨੀ ਸ਼ਹਿਰ ਮਾਰੀਉਪੋਲ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਸੰਯੁਕਤ ਰਾਸ਼ਟਰ ਦੇ ਯਤਨਾਂ ਦੀ ਪ੍ਰਗਤੀ ਬਾਰੇ ਚਰਚਾ ਕੀਤੀ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਗੱਲਬਾਤ ਦੌਰਾਨ ਜੌਨਸਨ ਨੇ ਯੂਕਰੇਨ ਨੂੰ ਲਗਾਤਾਰ ਆਰਥਿਕ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀ ਪੇਸ਼ਕਸ਼ ਵੀ ਕੀਤੀ। ਜੌਨਸਨ ਦੇ ਡਾਊਨਿੰਗ ਸਟਰੀਟ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਦੇਖਦੇ ਹੋਏ ਕਿ ਯੂਕਰੇਨ ਦੇ ਲੋਕ ਆਪਣੀ ਆਜ਼ਾਦੀ ਲਈ ਕਿੰਨੀ ਸਖਤ ਮਿਹਨਤ ਕਰ ਰਹੇ ਨੇ, ਉਹ ਯੂਕਰੇਨ ਨੂੰ ਮਜ਼ਬੂਤ ਕਰਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਨਾਕਾਮ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਦ੍ਰਿੜ ਨੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਯੂਕੇ ਯੂਕਰੇਨ ਨੂੰ ਆਪਣੀ ਰੱਖਿਆ ਲਈ ਲੋੜੀਂਦੇ ਸਾਜ਼ੋ ਸਮਾਨ ਪ੍ਰਦਾਨ ਕਰਨ ਲਈ ਵਾਧੂ ਫੌਜੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।
सऊदी अरब की पवित्र मस्जिद ए नबवी विच पीएम शहबाज शरीफ खिलाफ नारेबाजी करवाना इमरान खान नूं महंगा पै गया। फैसलाबाद विच इमरान ते उन्हां दे साथियां ते केस दर्ज कर लिया गया है। गृह मंत्री राणा सन्ना उल्लाह ने कहा कि मदीना वर्गी पवित्र इबादतगाह ते सियासी नारेबाजी करना अजिहा गुनाह है जो कदे माफ नहीं किया जा सकता। हुण इमरान खान ते उन्हां दे साथियां नूं किसी भी वेले गिरफ्तार किया जा सकता है। सऊदी अरब भी उन्हां दे खिलाफ सख्त कदम उठा सकता है। इमरान तो इलावा फवाद चौधरी, शहबाज गिल, कासिम सूरी, शहजादा जहांगीर खान, अनर मुसरत ते शेख रशीद खिलाफ केस दर्ज किया गया। मदीना विच नारेबाजी करने वाले शेख रशीद सफीक नूं सऊदी अरब तो इस्लामाबाद परतन वेले एयरपोर्ट ते ही गिरफ्तार कर लिया गया। सफेद इमरान सरकार विच गृह मंत्री रहे शेख रशीद के भतीजे ने सारे लोगों ते पवित्र इबादतगाह ते नारेबाजी ते मजहबी भावनावां नूं ठेस पहुंचाउण दा दोष है। इन्हां दोषां दे साबित होण तो 5 ਤੋਂ 8 साल की सज़ा, तगड़ा जुर्माना हो सकता है। इस तरह हुण तक ਦੀਆਂ खबरां मैनूं वरुण कौर मानू दिया गया। होर खबरां दे लई साडा YouTube चैनल पंजाब मेल USA TV जरूर सबसक्राइब करो। सत श्री अकाल।